ਕਰਤਾਰ ਸਿੰਘ ਦੁੱਗਲ ਹੁਰਾਂ ਦੀ ਕਹਾਣੀ ਹੈ ਫੁੱਲ ਤੋੜਨਾ ਮਨਾ ਹੈ। ਉਸ ਰੋਜ਼ ਜਦੋਂ ਮੈਂ ਬੱਸ ਵਿੱਚ ਚੜ੍ਹਿਆ, ਇੱਕ ਸੀਟ ਮੈਂ ਵੇਖਿਆ ਖਾਲੀ ਸੀ ਤੇ ਭਾਵੇਂ ਸੀਟ ਖਾਲੀ, ਪਰ ਉਸ ਦਾ ਬਹੁਤ ਸਾਰਾ ਹਿੱਸਾ ਨਾਲ ਦੀ ਸੀਟ ਤੇ ਬੈਠੀ ਇੱਕ ਸਵਾਰੀ ਨੇ ਮੱਲਿਆ ਹੋਇਆ ਸੀ। ਮੈਂ ਖਾਲੀ ਸੀਟ ਦੇ ਕੋਲ ਜਾ ਕੇ ਇੱਕ ਅੱਖ ਪਲਕਾਰੇ ਲਈ ਰੁਕ ਗਿਆ। ਸੀਟ ਤੇ ਬੈਠੀ ਨੌਜਵਾਨ ਕੁੜੀ ਨੇ ਆਪਣੇ ਤਿਰਛਾਏ ਹੋਏ ਭਰਵੱਟਿਆਂ ਹੇਠੋਂ ਪਲਕਾਂ ਨੂੰ ਆਹਿਸਤਾ ਜਿਹੇ ਪੁੱਟ ਕੇ ਮੇਰੇ ਵੱਲ ਵੇਖਿਆ। ਇੱਕ ਝੱਟ ਦੇ ਝੱਟ ਲਈ ਵੇਖਿਆ ਤੇ ਪਲਕਾਂ ਨੂੰ ਫੇਰ ਹੇਠ ਕਰ ਲਿਆ, ਪਰ ਮੇਰੇ ਹਿੱਸੇ ਦੀ ਸੀਟ ਤੇ ਉਂਝ ਦਾ ਉਂਝ ਥੱਲਾ ਮਾਰੀ ਰੱਖਿਆ। ਜਿਹੜੀ ਥੋੜ੍ਹੀ ਬਹੁਤ ਥਾਂ ਅਣਰੁਕੀ ਸੀ, ਮੈਂ ਅਖੀਰ ਉਸ ਤੇ ਬੈਠ ਗਿਆ। ਮਸਾਂ ਮੈਂ ਆਪਣੇ ਆਪ ਨੂੰ ਉੱਥੇ ਟਿਕਾ ਸਕਿਆ। ਬੜਾ ਸੰਭਲ ਕੇ ਮੈਂ ਬੈਠਿਆ। ਆਪਣੀਆਂ ਟੰਗਾਂ ਨੂੰ ਮੈਂ ਸੀਟ ਤੋਂ ਬਾਹਰ ਖਲੋਣ ਵਾਲੀ ਥਾਂ ਤੇ ਰੱਖਿਆ ਤੇ ਬੱਸ ਦੇ ਹਰ ਮੋੜ ਤੇ, ਹਰ ਝਟਕੇ ਤੇ ਮੈਂ ਆਪਣੇ ਆਪ ਤੇ ਇੰਜ ਕਾਬੂ ਰੱਖਦਾ ਤਾਂ ਜੋ ਮੇਰੇ ਨਾਲ ਸੀਟ ਤੇ ਬੈਠੀ ਉਸ ਨੌਜਵਾਨ ਸਵਾਰੀ ਨਾਲ ਕੋਈ ਜ਼ਿਆਦਤੀ ਨਾ ਹੋਵੇ। ਅਗਲੇ ਮੋੜ ਤੇ ਜਦੋਂ ਬੱਸ ਸਵਾਰੀਆਂ ਲੈਣ ਲਈ ਖਲੋਤੀ ਤਾਂ ਇੱਕ ਧਰੱਚੇ ਦਾ ਧਰੱਚਾ ਫੌਜੀ ਸਿਪਾਹੀਆਂ ਦਾ ਚੜ੍ਹ ਆਇਆ। ਖਲੋਣ ਵਾਲੀ ਥਾਂ ਸਾਰੀ ਦੀ ਸਾਰੀ ਉਹਨਾਂ ਮੱਲ ਲਈ। ਬੱਸ ਵਿੱਚ ਇਤਨੀ ਭੀੜ ਹੋ ਗਈ ਕਿ ਮਜਬੂਰਨ ਮੈਨੂੰ ਆਪਣੀਆਂ ਲੱਤਾਂ ਅੰਦਰ ਆਪਣੀ ਸੀਟ ਦੇ ਸਾਹਮਣੇ ਕਰਨੀਆਂ ਪਈਆਂ। ਇੰਜ ਕਰਨ ਤੋਂ ਪਹਿਲੇ ਮੈਂ ਇੱਕ ਨਜ਼ਰ ਉਸ ਨੌਜਵਾਨ ਕੁੜੀ ਵੱਲ ਫੇਰ ਵੇਖਿਆ। ਉਂਝ ਦੀ ਉਂਝ ਉਹ ਜਿਤਨੀ ਥਾਂ ਪਹਿਲੇ ਉਸ ਮੱਲੀ ਸੀ, ਉਸ ਤੇ ਅਡੋਲ ਬੈਠੀ ਰਹੀ। ਲੱਤਾਂ ਅੰਦਰ ਕਰਨ ਨਾਲ ਇੱਕ ਪਾਸੇ ਦਾ ਮੇਰਾ ਸਾਰਾ ਜਿਸਮ ਉਸ ਮੇਰੀ ਹਸੀਨ ਹਮਸਫ਼ਰ ਦੇ ਜਿਸਮ ਨਾਲ ਲੱਗਣਾ ਸ਼ੁਰੂ ਹੋ ਪਿਆ। ਮੈਂ ਆਪਣੇ ਆਪ ਨੂੰ ਬਿਲਕੁਲ ਸੁਕੇੜ ਲਿਆ, ਤਾਂ ਵੀ ਮੇਰੀ ਬਾਂਹ ਉਹਦੀ ਬਾਂਹ ਨਾਲ ਲੱਗ ਰਹੀ ਸੀ। ਮੇਰੀ ਬਾਂਹ ਉਹਦੀ ਬਾਂਹ ਨਾਲ ਲਗਾਤਾਰ ਲੱਗ ਰਹੀ ਸੀ ਤੇ ਉਹ ਕੁੜੀ ਉਂਝ ਦੀ ਉਂਝ ਆਪਣੇ ਹਿੱਸੇ ਤੋਂ ਵਧੇਕ ਥਾਂ ਮੱਲੀ, ਅਹਿਲ ਅਡੋਲ ਬੈਠੀ ਹੋਈ ਸੀ। ਉਸ ਦਾ ਕੋਟ ਉਂਝ ਦਾ ਉਂਝ ਫੈਲਿਆ ਹੋਇਆ ਸੀ। ਉਸ ਦੀ ਸਲਵਾਰ ਦੇ ਪੌਂਚੇ ਉਂਝ ਦੇ ਉਂਝ ਖਿਲਰੇ ਹੋਏ ਸਨ। ਉਸ ਦੇ ਜੂੜੇ ਵਿੱਚ ਲੱਗੀ ਅੱਧ ਖਿੜੀ ਸੁਨਹਿਰੀ ਰੰਗ ਦੀ ਇੱਕ ਕਲੀ ਉਂਝ ਦੀ ਉਂਝ ਜਿਵੇਂ ਮੇਰੇ ਵੱਲ ਉੜ ਕੇ ਝਾਕ ਰਹੀ ਸੀ। ਬੱਸ ਚੱਲ ਪਈ। ਜਦੋਂ ਬੱਸ ਚੱਲੀ, ਇੱਕ ਝਟਕੇ ਨਾਲ ਮੇਰਾ ਜਿਸਮ ਫੇਰ ਉਸ ਮੇਰੀ ਨੌਜਵਾਨ ਹਮਸਫ਼ਰ ਦੇ ਜਿਸਮ ਨਾਲ ਜਾ ਲੱਗਾ। ਮੈਂ ਫੇਰ ਆਪਣੇ ਆਪ ਨੂੰ ਸੰਭਾਲ ਲਿਆ, ਪਰ ਮੇਰੀ ਬਾਂਹ ਉਹਦੀ ਬਾਂਹ ਨਾਲ ਲਗਾਤਾਰ ਲੱਗ ਰਹੀ ਸੀ। ਕੁਝ ਚਿਰ ਦੇ ਬਾਅਦ ਮੈਨੂੰ ਇੰਜ ਲੱਗਾ ਮੇਰੀ ਬਾਂਹ ਦਾ ਉਹ ਟੁਕੜਾ ਜਿਹੜਾ ਨਾਲ ਦੀ ਬਾਂਹ ਨਾਲ ਲੱਗ ਰਿਹਾ ਸੀ, ਜਿਵੇਂ ਗਰਮ ਹੋ ਰਿਹਾ ਹੋਵੇ। ਕੁਝ ਚਿਰ ਦੇ ਬਾਅਦ ਮੈਨੂੰ ਇੰਜ ਲੱਗਾ ਮੇਰੀ ਬਾਂਹ ਦਾ ਉਹ ਟੁਕੜਾ ਜਿਹੜਾ ਨਾਲ ਦੀ ਬਾਂਹ ਨਾਲ ਲੱਗ ਰਿਹਾ ਸੀ, ਜਿਵੇਂ ਭਖ ਕੇ ਅੰਗਾਰਾ ਹੋ ਗਿਆ ਹੋਵੇ। ਕੁਝ ਚਿਰ ਦੇ ਬਾਅਦ ਮੈਨੂੰ ਇੰਜ ਲੱਗਾ ਜਿਵੇਂ ਮੇਰੀ ਬਾਂਹ ਦੇ ਉਸ ਟੁਕੜੇ ਦਾ ਲਹੂ ਨਾਲ ਦੀ ਬਾਂਹ ਦੇ ਟੁਕੜੇ ਦੀਆਂ ਨਾੜੀਆਂ ਵਿੱਚ ਆ ਜਾ ਰਿਹਾ ਹੋਵੇ। ਮੈਨੂੰ ਇੱਕ ਝੁਨਝੁਨੀ ਜਿਹੀ ਆਈ ਤੇ ਮੇਰੀਆਂ ਅੱਖਾਂ ਜਿਵੇਂ ਨਸ਼ੇ ਵਿੱਚ ਬੰਦ ਹੋ ਗਈਆਂ, ਪਰ ਇੱਕ ਛਿਣ ਦੇ ਛਿਣ ਵਿੱਚ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਬੱਸ ਤੁਰੇ ਜਾ ਰਹੀ ਸੀ। ਸੱਜੇ ਹੱਥ ਮੇਰੇ ਖੜੋਤੇ ਫੌਜੀ ਇੱਕ ਦੀਵਾਰ ਦੀ ਤਰ੍ਹਾਂ ਆ ਕੇ ਜੰਮ ਗਏ ਸਨ। ਬੱਸ ਸਾਰੀ ਦੀ ਸਾਰੀ ਜਿਵੇਂ ਤੁੰਨੀ ਗਈ ਸੀ। ਤਾਜ਼ਾ ਹਵਾ ਤੱਕ ਖਾਣ ਲਈ ਮੈਨੂੰ ਖੱਬੇ ਹੱਥ ਖਿੜਕੀ ਵੱਲ ਘੜੀ ਵੇਖਣਾ ਪੈਂਦਾ ਤੇ ਖੱਬੇ ਹੱਥ ਮੇਰੇ ਉਹ ਨੌਜਵਾਨ ਮੇਰੀ ਹਮਸਫ਼ਰ ਬੈਠੀ ਹੋਈ ਸੀ, ਚੁੱਪ ਅਡੋਲ ਇੱਕ ਮੂਰਤੀ ਦੀ ਤਰ੍ਹਾਂ। ਇਹ ਕੁੜੀ ਕਿਸੇ ਫੌਜੀ ਅਫਸਰ ਦੀ ਤ੍ਰੀਮਤ ਜਾਪਦੀ ਹੈ। ਕੁਝ ਚਿਰ ਬਾਅਦ ਮੈਂ ਸੋਚਣ ਲੱਗ ਪਿਆ, ਸਦਰ ਬਾਜ਼ਾਰ ਵਿੱਚੋਂ ਚੜ੍ਹੀ ਹੋਵੇਗੀ, ਸਵੇਰੇ ਦਿੱਲੀ ਜਾ ਰਹੀ ਹੈ, ਘਰ ਦੀ ਚੀਜ਼ ਵਸਤ ਖਰੀਦਣ। ਘਰ ਦੀਆਂ ਚੀਜ਼ਾਂ ਤਾਂ ਇਹਦਾ ਘਰ ਵਾਲਾ ਲਿਆਂਦਾ ਹੋਵੇਗਾ। ਇਹ ਤਾਂ ਸਵੇਰੇ ਇੰਜ ਸੱਜ ਕੇ ਜਾ ਰਹੀ ਹੋਵੇਗੀ ਕਿਸੇ ਆਪਣੀ ਦੋਸਤ ਨੂੰ ਮਿਲਣ, ਜਾਂ ਫਿਰ ਇਹਦੀ ਲਿਪਸਟਿਕ ਖਤਮ ਹੋ ਗਈ ਹੋਵੇਗੀ, ਪਾਊਡਰ ਮੁੱਕ ਗਿਆ ਹੋਵੇਗਾ। ਹੁਣ ਜਾਵੇਗੀ, 1-2 ਘੰਟੇ ਕਨੌਟ ਪਲੇਸ ਵਿੱਚ ਘੁੰਮੇਗੀ। 10 ਤੋਂ ਲੈ ਕੇ 12 ਵਜੇ ਤੀਕ ਕਨੌਟ ਪਲੇਸ ਹਸੀਨ ਔਰਤਾਂ ਨਾਲ ਭਰਿਆ ਹੁੰਦਾ ਹੈ। ਖਾਵੰਦਾਂ ਨੂੰ ਦਫ਼ਤਰ ਟੋਰ ਕੇ ਪਿੱਛੋਂ ਡਾਰਾਂ ਦੀਆਂ ਡਾਰਾਂ ਦਿੱਲੀ ਦੀਆਂ ਕੁੜੀਆਂ ਹਿਰਨੀਆਂ ਵਾਂਗ ਫਿਰਦੀਆਂ ਰਹਿੰਦੀਆਂ ਹਨ। ਫਿਰਦੀ ਜਦੋਂ ਕਨੌਟ ਪਲੇਸ ਵਿੱਚ ਇਹ ਥੱਕੇਗੀ, ਆ ਕੋਕਾ ਕੋਲਾ ਪੀਵੇਗੀ, ਆਪਣੀ ਖਾਵਨ ਲਈ ਚਵਿੰਗਮ, ਆਪਣੇ ਬੱਚੇ ਲਈ ਲੋਲੀਪੌਪ ਖਰੀਦ ਲਵੇਗੀ। 1-1:30 ਵਜੇ ਇਸ ਤੋਂ ਪੇਸ਼ਤਰ ਕਿ ਇਹਦਾ ਘਰ ਵਾਲਾ ਪੁੱਜੇ, ਇਹ ਆਪਣੇ ਘਰ ਵਿੱਚ ਹੋਵੇਗੀ।
ਇਹ ਖੁਸ਼, ਇਹਦਾ ਖਾਵੰਦ ਖੁਸ਼, ਇਹਦਾ ਬੱਚਾ ਖੁਸ਼, ਇਹਦਾ ਰੱਬ ਖੁਸ਼, ਇਹਦੀ ਜ਼ਿੰਦਗੀ ਦਾ ਇੱਕ ਹਸੀਨ ਦਿਨ ਹੋਰ ਕੱਟ ਜਾਵੇਗਾ। ਬਾਂਹ ਦਾ ਮੇਰਾ ਉਹ ਟੁਕੜਾ ਅਜੇ ਤੀਕ ਉਹਦੀ ਬਾਂਹ ਦੇ ਟੁਕੜੇ ਨਾਲ ਭਿੱਟ ਰਿਹਾ ਸੀ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਬਾਂਹ ਮੇਰੀ ਦਾ ਉਹ ਟੁਕੜਾ ਮਣ-ਮਣ ਭਾਰੀ ਹੋ ਗਿਆ ਹੋਵੇ। ਜਿਵੇਂ ਬਾਂਹ ਮੇਰੀ ਦਾ ਉਹ ਟੁਕੜਾ ਵਿੱਚ ਦੇ ਕੋਟਾਂ ਕਮੀਜ਼ਾਂ ਦੀਆਂ ਬੰਦਸ਼ਾਂ ਹਟਾ ਚੁੱਕਾ ਹੋਵੇ। ਜਿਵੇਂ ਮੇਰੀ ਬਾਂਹ ਦਾ ਉਹ ਟੁਕੜਾ ਨਾਲ ਦੀ ਬਾਂਹ ਦੇ ਉਸ ਟੁਕੜੇ ਨਾਲ ਜੁੜ ਗਿਆ ਹੋਵੇ। ਤੇ ਇੱਕਦਮ ਜਿਵੇਂ ਮੈਂ ਤ੍ਰਬਕ ਉੱਠਿਆ, ਜਿਵੇਂ ਮੈਂ ਕੋਈ ਘੋਰ ਪਾਪ ਕਰ ਰਿਹਾ ਹੋਵਾਂ, ਜਿਵੇਂ ਮੈਂ ਅਨਿਆਂ ਕਰ ਰਿਹਾ ਹੋਵਾਂ ਆਪਣੀ ਬੀਵੀ ਨਾਲ, ਆਪਣੇ ਬੱਚੇ ਨਾਲ, ਆਪਣੇ ਅਖਲਾਕ ਨਾਲ, ਆਪਣੇ ਧਰਮ ਨਾਲ। ਯੱਖ ਠੰਡੀ ਉਸ ਸਵੇਰ ਵਿੱਚ ਮੇਰਾ ਸਰੀਰ ਪਸੀਨੇ ਨਾਲ ਤਰ-ਤਰੀਟ ਹੋ ਗਿਆ। ਲੱਖ-ਲੱਖ ਲਾਹਨਤਾਂ ਮੇਰਾ ਅੰਦਰਲਾ ਜਿਵੇਂ ਮੈਨੂੰ ਪਾ ਰਿਹਾ ਸੀ। ਮੇਰੀ ਤ੍ਰੀਮਤ ਜਿਵੇਂ ਮੈਨੂੰ ਕੋਸ ਰਹੀ ਸੀ। ਮੇਰਾ ਬੱਚਾ ਸਾਹਮਣੇ ਖਲੋਤਾ ਜਿਵੇਂ ਮੈਨੂੰ ਘੂਰ ਰਿਹਾ ਸੀ। ਇੱਕ ਲਰਜ਼ਾ ਜਿਹਾ ਜਿਵੇਂ ਮੁੜ-ਮੁੜ ਮੇਰੇ ਸਾਰੇ ਦੇ ਸਾਰੇ ਸਰੀਰ ਵਿੱਚ ਦੌੜ-ਦੌੜ ਜਾਂਦਾ ਤੇ ਕੁਝ ਚਿਰ ਬਾਅਦ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਠੰਡਾ ਠਾਰ ਹੋ ਗਿਆ ਸਾਂ। ਹੁਣ ਨਾ ਮੇਰੀ ਬਾਂਹ ਮੇਰੀ ਹਮਸਫ਼ਰ ਦੀ ਬਾਂਹ ਨਾਲ ਲੱਗ ਰਹੀ ਸੀ, ਨਾ ਮੇਰਾ ਕੋਟ ਉਹਦੇ ਕੋਟ ਨੂੰ ਛੂਹ ਰਿਹਾ ਸੀ। ਜਿਹੜੀ ਥਾਂ ਮੇਰੇ ਲਈ ਬਚੀ ਹੋਈ ਸੀ, ਮੈਂ ਆਪ ਹੀ ਆਪ ਜਿਵੇਂ ਸੁਕੜ ਕੇ ਉਸ ਵਿੱਚ ਸਿਮਟ ਗਿਆ ਸਾਂ। ਬੱਸ ਚਲਦੀ ਜਾ ਰਹੀ ਸੀ। ਅਗਲੇ ਅੱਡੇ ਤੇ ਫੌਜੀ ਸਿਪਾਹੀ ਸਾਰੇ ਦੇ ਸਾਰੇ ਉਤਰ ਗਏ। ਮੇਰੇ ਲਈ ਬਾਰ-ਬਾਰ ਲੱਤਾਂ ਰੱਖਣ ਦੀ ਥਾਂ ਫੇਰ ਬਣ ਗਈ ਤੇ ਮੈਂ ਹੋਰ ਆਰਾਮ ਨਾਲ ਨਜਿੱਠ ਕੇ ਬੈਠ ਗਿਆ। ਬੱਸ ਵਿੱਚ ਜਦੋਂ ਭੀੜ ਘੱਟ ਹੋਈ, ਚਵਾਂ ਪਾਸਿਓਂ ਤਾਜ਼ਾ ਹਵਾ ਆਉਣ ਲੱਗ ਪਈ। ਕੁੱਟੇ ਦੱਬੇ ਮੁਸਾਫਰਾਂ ਨੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਫ਼ਤਰਾਂ ਦੇ ਬਾਬੂ ਨਾਲ ਲਿਆਂਦੀਆਂ ਅਖਬਾਰਾਂ ਨੂੰ ਵਾਚਣ ਲੱਗ ਪਏ। ਬੱਸ ਚਲਦੀ ਜਾ ਰਹੀ ਸੀ। ਅਗਲੇ ਅੱਡੇ ਤੋਂ 13-14 ਸਾਲ ਦੀ ਇੱਕ ਮਾਸੂਮ ਕੁੜੀ ਆ ਚੜ੍ਹੀ। ਕਿਸੇ ਸਕੂਲ ਦੀ ਵਿਦਿਆਰਥਣ ਪ੍ਰਤੀਤ ਹੁੰਦੀ ਸੀ। ਕੁੜੀ ਨੇ ਚਵਾਂ ਪਾਸੇ ਬੈਠੇ ਮੁਸਾਫਰਾਂ ਵੱਲ ਵੇਖਿਆ। ਇੱਕ ਹੱਥ ਵਿੱਚ ਕਿਤਾਬਾਂ ਫੜੀ, ਇੱਕ ਹੱਥ ਨਾਲ ਮੁੜ-ਮੁੜ ਆਪਣੀ ਚੁੰਨੀ ਨੂੰ ਸਿਰ ਤੇ ਰੱਖਵਦੀ ਮੇਰੀ ਸੀਟ ਕੋਲ ਆ ਕੇ ਉਹ ਖਲੋ ਗਈ। ਮੈਂ ਸੋਚਿਆ ਹੁਣੇ ਕੋਈ ਮੁਸਾਫਰ ਉੱਠ ਕੇ ਇਸ ਮਾਸੂਮ ਕੰਜਕ ਨੂੰ ਬੈਠਣ ਲਈ ਕਵੇਗਾ, ਪਰ ਦਫ਼ਤਰਾਂ ਦੇ ਸਾਰੇ ਬਾਬੂ ਬੈਠੇ ਰਹੇ। ਛਾਵਣੀ ਦੇ ਕੁਝ ਹਟਵਾਣੀਏ ਬੇਧਿਆਨੇ ਗੱਲਾਂ ਮਾਰਦੇ ਰਹੇ। ਸਭ ਮਰਦ ਬੈਠੇ ਹੋਏ ਸਨ ਤੇ ਉਹ ਸ਼ਰਮ ਹਯਾ ਹੇਠ ਲਿਫ-ਲਿਫ ਜਾਂਦੀ ਅਣਜਾਣ ਚੁੱਪ-ਚੁਪੀਤੀ ਖੜੀ ਹੋਈ ਸੀ ਤੇ ਮੇਰੇ ਦਿਲ ਨੇ ਕਿਹਾ, ਆਖਿਰ ਤੂੰ ਕਿਉਂ ਨਹੀਂ ਉੱਠ ਕੇ ਇਸ ਲਈ ਸੀਟ ਖਾਲੀ ਕਰ ਦਿੰਦਾ? ਪਰ ਜਿਵੇਂ ਮੈਂ ਸੁਣੀ ਅਣਸੁਣੀ ਕਰ ਛੱਡੀ। ਮੁੜ-ਮੁੜ ਮੇਰਾ ਅੰਦਰਲਾ ਮੈਨੂੰ ਚੋਭਾ ਮਾਰਦਾ। ਮੁੜ-ਮੁੜ ਮੈਂ ਘੇਸਲ ਜਿਹੀ ਮਾਰ ਜਾਂਦਾ। ਜਿਵੇਂ ਮੈਨੂੰ ਕੋਈ ਉਡੀਕ ਹੋਵੇ, ਜਿਵੇਂ ਮੈਨੂੰ ਕੋਈ ਲਾਲਚ ਹੋਵੇ, ਜਿਵੇਂ ਮੈਨੂੰ ਕੋਈ ਚਟਲਾਸ ਲੱਗੀ ਹੋਵੇ। ਮੈਂ ਬੇਸ਼ਰਮ ਬਣ ਮੁੜ-ਮੁੜ ਆਪਣੇ ਅੰਦਰ ਦੇ ਇਸ਼ਾਰੇ ਤੋਂ ਅੱਖਾਂ ਭੀੜ ਲੈਂਦਾ। ਕੁਝ ਚਿਰ ਦੇ ਬਾਅਦ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਨਾਲ ਬੈਠੀ ਮੇਰੀ ਹਮਸਫ਼ਰ ਮੇਰੇ ਵੱਲ ਵੇਖ ਰਹੀ ਸੀ। ਵੇਖੇ ਜਾ ਰਹੀ ਸੀ, ਵੇਖੇ ਜਾ ਰਹੀ ਸੀ। ਮੈਂ ਇੱਕਦਮ ਮੁੜ ਕੇ ਵੇਖਿਆ, ਸੱਚਮੁੱਚ ਉਹ ਮੇਰੇ ਵੱਲ ਇੱਕ ਟੱਕ ਵੇਖ ਰਹੀ ਸੀ। ਬੱਸ ਚੱਲੀ ਜਾ ਰਹੀ ਸੀ। ਫਰਨ-ਫਰਨ ਤਾਜ਼ਾ ਨਿਰੋਈ ਹਵਾ ਲੱਗ ਰਹੀ ਸੀ। ਮੁਸਾਫਰਾਂ ਦੀਆਂ ਗੱਲਾਂ ਉੱਚੀਆਂ ਹੋ ਰਹੀਆਂ ਸਨ। ਇੱਕ ਵਾਰ ਆਪਣੀ ਹਮਸਫ਼ਰ ਨੂੰ ਵੇਖਿਆ ਤੇ ਫਿਰ ਮੈਂ ਮਹਿਸੂਸ ਕੀਤਾ ਜਿਵੇਂ ਉਚੱਕ-ਉਚੱਕ ਕੇ ਮੇਰੀ ਨਜ਼ਰ ਘੜੀ-ਘੜੀ ਉਹਦੇ ਉੱਤੇ ਪੈ ਰਹੀ ਸੀ। ਮੈਂ ਵੇਖਿਆ ਕਰੀਮ ਰੰਗ ਦੀ ਉਹਦੀ ਰੇਸ਼ਮੀ ਕਮੀਜ਼ ਦੀ ਕਾਲੀ ਕਿਨਾਰੀ ਵਿੱਚ ਇੱਕ ਥਾਂ ਉਧੜੀ ਹੋਈ ਸੀ। ਜਿਹੜਾ ਹਿੱਸਾ ਉਧੜ ਗਿਆ ਸੀ, ਉਸ ਨੂੰ ਹੱਥ ਨਾਲ ਤਰੁਪਿਆ ਹੋਇਆ ਸੀ। ਹੱਥ ਨਾਲ ਸੀਨ ਲਈ ਕਾਲੇ ਦੀ ਥਾਂ ਨੀਲੇ ਧਾਗੇ ਨੂੰ ਵਰਤਿਆ ਗਿਆ ਸੀ, ਜਿਹੜਾ ਬਾਕੀ ਸੀੜ ਤੋਂ ਸਾਫ਼ ਫਰਕ ਵਿਖਾਈ ਦੇ ਰਿਹਾ ਸੀ। ਮੈਂ ਵੇਖਿਆ ਉਹਦੇ ਪੈਰਾਂ ਦੇ ਨਹੁੰਆਂ ਨੂੰ ਲਾਈ ਲਾਲ ਪਾਲਿਸ਼ ਕਿਤੇ ਲੱਗੀ ਹੋਈ ਸੀ, ਕਿਤੇ ਲੱਥੀ ਹੋਈ ਸੀ। ਉਹਦੇ ਪੈਰਾਂ ਦੀਆਂ ਉਂਗਲੀਆਂ ਮੋਟੀਆਂ-ਮੋਟੀਆਂ ਸਨ, ਛੋਟੀਆਂ ਸਨ, ਇਤਨੀਆਂ ਗੋਰੀਆਂ ਨਹੀਂ ਸਨ ਜਿਤਨਾ ਗੋਰਾ ਉਂਗਲੀਆਂ ਦੀ ਮਾਲਕ ਦਾ ਮੂੰਹ-ਮੱਥਾ ਵਿਖਾਈ ਦੇ ਰਿਹਾ ਸੀ। ਇੱਕ ਪੈਰ ਉਹਦਾ ਟੇਢਾ ਰੱਖਿਆ ਹੋਇਆ ਸੀ, ਜਿਸ ਤੋਂ ਮੈਂ ਅੰਦਾਜ਼ਾ ਲਾਇਆ ਉਹਦੀਆਂ ਅੱਡੀਆਂ ਵਿਆਈਆਂ ਨਾਲ ਪਾਟੀਆਂ ਹੋਈਆਂ ਸਨ। ਇੱਕ ਉਮਰ ਤੱਕ ਨੰਗੇ ਪੈਰ ਘਰ ਦੇ ਚੌਂਕੇ-ਚੁੱਲ੍ਹੇ ਦਾ ਕੰਮ ਕਰਕੇ ਹਿੰਦੁਸਤਾਨੀ ਔਰਤਾਂ ਦੇ ਪੈਰਾਂ ਦੀਆਂ ਅੱਡੀਆਂ ਵਿੱਚ ਵਿਆਈਆਂ ਹੋ ਜਾਂਦੀਆਂ ਹਨ।
ਮੈਂ ਵੇਖਿਆ ਸਲਵਾਰ ਦੇ ਉਹਦੇ ਸਾਹਮਣੇ ਪੌਂਚੇ ਤੇ ਇੱਕ ਚਿੱਕੜ ਦਾ ਦਾਗ ਪਿਆ ਸੀ। ਮਿੱਟੀ ਲੱਥ ਗਈ ਜਾਪਦੀ ਸੀ, ਪਰ ਨਿਸ਼ਾਨ ਪਿੱਛੇ ਛੱਡ ਗਈ ਸੀ। ਦੂਜਾ ਪੌਂਚਾ ਹੇਠੋਂ ਛਿਜਿਆ ਹੋਇਆ ਸੀ, ਪੈਰਾਂ ਹੇਠ ਆ ਕੇ ਸ਼ਾਇਦ। ਕਮੀਜ਼ ਦੇ ਸਾਹਮਣੇ ਪੱਲੇ ਤੇ ਇੱਕ ਦੋ ਘੁਰਜਾਂ ਪਈਆਂ ਸਨ, ਜਿਹੜੀਆਂ ਤਾਜ਼ੀਆਂ ਨਹੀਂ ਸਨ ਲੱਗ ਰਹੀਆਂ। ਤੇ ਮੈਨੂੰ ਯਾਦ ਆਈ ਮੇਰੀ ਇੱਕ ਹਸੀਨ ਦੋਸਤ ਦੀ, ਜਿਹੜੀ ਭਾਵੇਂ ਇੱਕ ਮਿੰਟ ਲਈ ਕਿਸੇ ਕੱਪੜੇ ਨੂੰ ਪਾਵੇ, ਦੂਜੀ ਵਾਰ ਉਸਨੂੰ ਬਿਨਾਂ ਇਸਤਰੀ ਕੀਤੇ ਨਹੀਂ ਸੀ ਹੱਥ ਲਾਉਂਦੀ। ਮੈਂ ਵੇਖਿਆ ਉਹਦੇ ਵਾਲਾਂ ਵਿੱਚ ਥਾਂ-ਥਾਂ ਤੇ ਪਿੰਨਾਂ ਲੱਗੀਆਂ ਹੋਈਆਂ ਸਨ। ਪਿੰਨਾਂ ਵਾਲਾਂ ਨੂੰ ਹੇਠ ਕਰਨ ਲਈ, ਪਿੰਨਾਂ ਵਾਲਾਂ ਨੂੰ ਉੱਤੇ ਕਰਨ ਲਈ, ਪਿੰਨਾਂ ਵਾਲਾਂ ਨੂੰ ਵਿੰਗੀਆਂ ਕਰਨ ਲਈ, ਪਿੰਨਾਂ ਵਾਲਾਂ ਨੂੰ ਟੇਢੀਆਂ ਕਰਨ ਲਈ। ਪਿੱਛੇ ਉਹਦਾ ਜੂੜਾ ਇਤਨਾ ਭਾਰਾ ਸੀ, ਪਰ ਉਹਦੇ ਕਾਲੇ ਸ਼ਾਹ ਵਾਲਾਂ ਵਿੱਚ ਇੱਕ ਕਾਲਾ ਪਰਾਂਦਾ ਵੀ ਵਲੇਟਿਆ ਹੋਇਆ ਸੀ। ਮੈਂ ਵੇਖਿਆ ਉਹਦੇ ਮੂੰਹ ਤੇ ਇੱਕ ਕਰੀਮ ਦਾ ਪਲਿਓ ਦਿੱਤਾ ਸੀ, ਉੱਤੇ ਬਲਸ਼ਾਨ ਛੁਹਾਇਆ ਹੋਇਆ ਸੀ। ਹੋਠਾਂ ਤੇ ਲਿਪਸਟਿਕ ਜ਼ਰਾ ਜ਼ਿਆਦਾ ਸ਼ੌਕ ਸੀ। ਜਿੱਥੇ-ਜਿੱਥੇ ਜੀਭ ਲੱਗਦੀ ਰਹੀ, ਉੱਥੋਂ-ਉੱਥੋਂ ਲਿਪਸਟਿਕ ਮੱਧਮ ਪੈ ਗਈ ਸੀ। ਮੈਂ ਵੇਖਿਆ ਉਹਦੇ ਕੰਨਾਂ ਵਿੱਚ ਕਾਂਟੇ ਪਏ ਸਨ। ਕਾਂਟੇ ਕੁਝ ਵੱਡੇ ਸਨ। ਉਸ ਚਿਹਰੇ ਨਾਲ ਕਾਂਟੇ ਇਸ ਤੋਂ ਜ਼ਰਾ ਨਿਕੇਰੇ ਹੋਣੇ ਚਾਹੀਦੇ ਸਨ। ਜਿਉਂ-ਜਿਉਂ ਮੈਂ ਆਪਣੀ ਹਮਸਫ਼ਰ ਨੂੰ ਹੋਰ-ਹੋਰ ਵੇਖਦਾ, ਮੇਰੇ ਮੂੰਹ ਦਾ ਸਵਾਦ ਫਿੱਕਾ-ਫਿੱਕਾ ਹੁੰਦਾ ਜਾਂਦਾ। ਮੇਰਾ ਦਿਲ ਕੱਚਾ-ਕੱਚਾ, ਮੇਰੀਆਂ ਅੱਖਾਂ ਦਾ ਨਸ਼ਾ ਲੱਥਾ-ਲੱਥਾ ਮੈਨੂੰ ਲੱਗਦਾ। ਬਸ ਚਲਦੀ ਜਾ ਰਹੀ ਸੀ। ਅਖ਼ਬਾਰਾਂ ਪੜ੍ਹਨ ਵਾਲੇ ਮੁਸਾਫਿਰ ਕਈ-ਕਈ ਸਫ਼ੇ ਉਲਟ ਚੁੱਕੇ ਸਨ। ਗੱਲਾਂ ਕਰਨ ਵਾਲੇ ਹੋਰ-ਹੋਰ ਗਰਮ ਹੁੰਦੇ ਜਾ ਰਹੇ ਸਨ। ਬੱਸ ਅਗਲੇ ਅੱਡੇ ਤੇ ਜਾ ਕੇ ਰੁਕੀ ਤੇ ਇੱਕ ਔਰਤ, ਕਿਸੇ ਮਜ਼ਦੂਰ ਦੀ ਤ੍ਰੀਮਤ ਸ਼ਾਇਦ, ਬੱਸ ਵਿੱਚ ਚੜ੍ਹ ਕੇ ਸਾਡੇ ਪਿੱਛੇ ਆ ਖਲੋਤੀ। ਇੱਕਦਮ ਮੈਂ ਉੱਠ ਕੇ ਉਸ ਮਜ਼ਦੂਰ ਔਰਤ ਲਈ ਆਪਣੀ ਸੀਟ ਨੂੰ ਖਾਲੀ ਕਰ ਦਿੱਤਾ। ਮੈਂ ਖੜੋਤਾ, ਇੱਕ ਦੋ ਹੋਰ ਵੀ ਖੜੋਣ ਵਾਲੇ ਆ ਗਏ। ਬੱਸ ਤੁਰ ਪਈ। ਅਗਲੇ ਅੱਡੇ ਤੇ ਹੋਰ ਸਵਾਰੀਆਂ ਚੜ੍ਹੀਆਂ। ਖੜੋਣ ਵਾਲੀ ਥਾਂ ਫੇਰ ਭਰ ਗਈ। ਅਖ਼ਬਾਰਾਂ ਪੜ੍ਹਨ ਵਾਲਿਆਂ ਨੇ ਆਪਣੇ ਪਰਚੇ ਥੱਪ ਦਿੱਤੇ। ਗੱਲਾਂ ਕਰਨ ਵਾਲਿਆਂ ਦੀਆਂ ਗੱਲਾਂ ਮੱਠੀਆਂ ਪੈ ਗਈਆਂ। ਬੱਸ ਚਲਦੀ ਜਾ ਰਹੀ ਸੀ। ਖਲੋਤਾ-ਖਲੋਤਾ ਮੈਂ ਅੱਗੇ ਚਲਾ ਗਿਆ ਸਾਂ। ਕੁਝ ਚਿਰ ਬਾਅਦ ਮੈਂ ਮੁੜ ਕੇ ਆਪਣੀ ਸੀਟ ਵੱਲ ਵੇਖਿਆ। ਮਜ਼ਦੂਰ ਔਰਤ ਚੰਗੀ ਤਰ੍ਹਾਂ ਨਜਿੱਠ ਕੇ ਬੈਠੀ ਹੋਈ ਸੀ ਤੇ ਮਜ਼ਦੂਰ ਔਰਤ ਦੇ ਨਾਲ ਮੇਰੀ ਹਮਸਫ਼ਰ ਇੱਕ ਮੂਰਤੀ ਦੀ ਤਰ੍ਹਾਂ ਸ਼ਾਂਤ, ਅਡੋਲ, ਆਪਣੀ ਥਾਂ ਤੇ ਉਂਝ ਦੀ ਉਂਝ ਜਿਵੇਂ ਸੁਗੰਧੀਆਂ ਖਿਲੇਰ ਰਹੀ ਸੀ। ਮੈਂ ਫੇਰ ਵੇਖਿਆ, ਮੈਨੂੰ ਭਿੰਨੀ-ਭਿੰਨੀ ਇੱਕ ਖੁਸ਼ਬੂ ਉੱਧਰੋਂ ਆਈ। ਉਹਦੇ ਕੋਟ ਦਾ ਹਲਕਾ ਕਾਸ਼ਨੀ ਰੰਗ ਉਹਦੇ ਚਿਹਰੇ ਨੂੰ ਇੱਕ ਅਕਹਿ ਰੌਣਕ ਬਖਸ਼ ਰਿਹਾ ਸੀ। ਉਹਦੀਆਂ ਯਾਕੂਤੀ ਬੁੱਲੀਆਂ ਤੇ ਇੱਕ ਮੁਸਕੜੀ ਜਿਵੇਂ ਆ ਕੇ ਜੰਮ ਗਈ ਹੋਵੇ। ਉਹਦੀਆਂ ਗੱਲਾਂ ਤੇ ਖੇੜਾ ਖੇਡ ਰਿਹਾ ਸੀ। ਉਹਦੀਆਂ ਸੁੱਤੀਆਂ-ਸੁੱਤੀਆਂ ਅਲਸਾਈਆਂ ਅੱਖੀਆਂ ਵਿੱਚ ਜਿਵੇਂ ਲੱਖ ਜਾਦੂ ਲੁਕੇ ਪਏ ਹੋਣ। ਉਹਦੇ ਵਾਲ, ਉਹਦਾ ਜੂੜਾ, ਉਹਦਾ ਮੱਥਾ, ਉਹਦੇ ਨੱਕ, ਉਹਦੇ ਚਿਹਰੇ ਦੀ ਬਣਤ ਜਿਵੇਂ ਅਜੰਤਾ ਦੇ ਕਿਸੇ ਚਿੱਤਰ ਨੂੰ ਸੁਰਜੀਤ ਕਰ ਦਿੱਤਾ ਗਿਆ ਹੋਵੇ। ਉਹਦੇ ਕੰਨਾਂ ਵਿੱਚ ਕਾਂਟੇ ਜ਼ਰਾ ਵੀ ਵੱਡੇ ਨਹੀਂ ਸਨ ਲੱਗ ਰਹੇ। ਇੰਨ-ਬਿੰਨ ਉਤਨੇ ਸਨ ਜਿਤਨੇ ਉਹਨਾਂ ਨੂੰ ਹੋਣਾ ਚਾਹੀਦਾ ਸੀ। ਗੋਲ ਗੁਦਲੇ ਮੁਖੜੇ ਨੂੰ ਲਮੂਤਰਾ ਦਰਸਾ ਰਹੇ ਸਨ। ਬੱਸ ਚਲਦੀ ਜਾ ਰਹੀ ਸੀ। ਮੈਂ ਫੇਰ ਮੁੜ ਕੇ ਵੇਖਿਆ। ਕਰੀਮ ਰੰਗ ਦੇ ਰੇਸ਼ਮੀ ਸੂਟ ਵਿੱਚ ਮੈਨੂੰ ਉਹ ਕੁੜੀ ਇੰਜ ਲੱਗੀ ਜਿਵੇਂ ਅਰਸ਼ੋਂ ਉਤਰੀ ਕੋਈ ਪਰੀ ਹੋਵੇ, ਜਿਵੇਂ ਕੋਈ ਅੱਛੋਂ ਸਲੇਟੀ ਹੋਏ, ਜਿਵੇਂ ਕੋਈ ਸੁੰਦਰ ਸੁਪਨਾ ਸੱਚ ਹੋ ਗਿਆ ਹੋਵੇ। ਬੱਸ ਚਲਦੀ ਜਾ ਰਹੀ ਸੀ ਤੇ ਖਿੜਕੀ ਰਾਹੀਂ ਇੱਕ ਧੁੱਪ ਦੀ ਛਿੱਟ ਉਸ ਹਸੀਨ ਹਮਸਫ਼ਰ ਉੱਤੇ ਆ ਕੇ ਪੈਣ ਲੱਗ ਪਈ। ਸਿਆਲੇ ਦੀ ਸਵੇਰ ਦੀ ਕੋਸੀ-ਕੋਸੀ ਧੁੱਪ। ਇੱਕਦਮ ਜਿਵੇਂ ਉਹ ਸਾਰੀ ਦੀ ਸਾਰੀ ਖਿੜ-ਪੁੜ ਗਈ। ਬੱਸ ਉਸ ਅੱਡੇ ਤੇ ਪੁੱਜ ਚੁੱਕੀ ਸੀ ਜਿੱਥੇ ਮੈਂ ਉਤਰਨਾ ਸੀ। ਮੈਂ ਉਸ ਪਰੀ ਵੱਲ ਵੇਖਦਾ ਰਿਹਾ। ਕੋਮਲ, ਨਾਜ਼ੁਕ, ਸੁੰਦਰ, ਉਹ ਮੈਨੂੰ ਇੰਜ ਲੱਗ ਰਹੀ ਸੀ ਜਿਵੇਂ ਕੋਈ ਅਤਿ ਪਿਆਰਾ ਫੁੱਲ ਸੋਲ ਪੱਤੀਆਂ ਵਿੱਚ ਮਹਿਕ ਰਿਹਾ ਹੋਵੇ। ਕਿਸੇ ਬਾਗ ਦਾ ਕੋਈ ਹਸੀਨ ਫੁੱਲ ਜਿਸ ਦੇ ਕੋਲ ਫੱਟੀ ਉੱਤੇ ਲਿਖਿਆ ਹੋਵੇ, ਫੁੱਲ ਤੋੜਨਾ ਮਨ੍ਹਾ ਹੈ। ਧੰਨਵਾਦ।